ਸਿੰਘਾਂ ਦੀਆਂ ਦੁਰਾਨੀਆਂ ਉੱਤੇ ਝਪਟਾਂ। ਕਲਾਨੌਰ ਪਾਸ ਕੋਟ ਬੁੱਢਾ ਵਿਖੇ ਸਿੰਘਾਂ ਅਤੇ ਅਫਗਾਨਾਂ ਦੀ ਝਪਟ। ਅਹਿਮਦ ਸ਼ਾਹ ਦਾ ਸਰਹੰਦ ਉੱਤੇ ਕਬਜ਼ਾ, ਪਰ ਮਾਨੂਪੁਰ ਦੀ ਲੜਾਈ ਵਿੱਚ ਹਾਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਹੌਰੋਂ ਕੂਚ ਕਰਕੇ ਅਹਿਮਦ ਸ਼ਾਹ ਨੂਰ ਦੀ ਸਰਾਂ ਨੇੜੇ ਤਰਨ ਤਾਰਨ ਡੇਰਾ ਕਰੀ ਬੈਠਾ ਸੀ। ਜਿਹੜੇ ਖਾਲਸਾ ਪੰਥ ਨੂੰ ਲਖਪਤ ਰਾਏ ਨੇ ਮਾਰ ਕੇ ਖਤਮ ਕਰ ਦਿੱਤਾ ਸੀ ਤੇ ਜਿਨ੍ਹਾਂ ਬਾਰੇ ਉਹ ਕਹਿੰਦਾ ਨਹੀਂ ਸੀ ਥੱਕਦਾ ਕਿ ਮੇਰੀ ਮਾਰ ਤੋਂ ਜੋ ਬਚ ਨਿਕਲੇ ਹਨ ਉਹ ਜਿਉਂਦੇ ਜੀ ਪੰਜਾਬ ਵੱਲ ਮੂੰਹ ਨਹੀਂ ਕਰਨਗੇ। ਉਸੇ ਖਾਲਸਾ ਪੰਥ ਦੇ ਜਰਨੈਲ ਨਵਾਬ ਕਪੂਰ ਸਿੰਘ ਤੇ ਸਰਦਾਰ ਜੱਸਾ ਸਿੰਘ ਇਸ ਵੇਲੇ ਤਰਨ ਤਾਰਨ ਸਨ ਅਤੇ ਸਰਦਾਰ ਚੜ੍ਹਤ ਸਿੰਘ, ਕਰੋੜਾ ਸਿੰਘ, ਖੁਸ਼ਹਾਲ ਸਿੰਘ, ਸਰਦਾਰ ਮਿੱਤ ਸਿੰਘ ਡੱਲੇਵਾਲੀਆ ਅਤੇ ਸਰਦਾਰ ਸ਼ਾਮ ਸਿੰਘ ਵੀ ਉੱਥੇ ਹੀ ਸਨ। ਉਹ ਸ਼ਾਇਦ ਇਹ ਵੇਖ ਰਹੇ ਸਨ ਕਿ ਰਾਜ ਦੇ ਬਦਲਦੇ ਹਾਲਾਤ ਵਿੱਚ ਉਹਨਾਂ ਦਾ ਕੋਈ ਦਾਅ ਭਰਦਾ ਹੈ ਕਿ ਨਹੀਂ। ਝਪਟਣ ਤੋਂ ਪਹਿਲਾਂ ਸ਼ੇਰ ਵਾਂਗ ਨਿਗਾਹ ਲਾਈ ਬੈਠੇ ਸਨ। ਇੰਨੇ ਨੂੰ ਦਿੱਲੀ ਨੂੰ ਜਾਂਦਾ ਹੋਇਆ ਅਹਿਮਦ ਸ਼ਾਹ ਇੱਧਰ ਆ ਗਿਆ ਤੇ ਜਦ 21-22 ਫਰਵਰੀ ਨੂੰ ਉਸ ਨੂਰ ਦੀ ਸਰਾਂ ਡੇਰਾ ਕੀਤਾ ਤਾਂ ਸਿੰਘਾਂ ਜਾ ਧਾਵਾ ਬੋਲਿਆ। ਅਹਿਮਦ ਸ਼ਾਹ ਦਿੱਲੀ ਨੂੰ ਫਤਿਹ ਕਰਨ ਲਈ ਕਾਫੀ ਜੰਗੀ ਸਾਮਾਨ ਤੇ ਹੋਰ ਸਾਜੋ ਸਮਾਨ ਲੱਦੀ ਨਾਲ ਲਈ ਜਾ ਰਿਹਾ ਸੀ। ਸਿੰਘਾਂ ਲਈ ਇਹੋ ਜਿਹਾ ਸ਼ਿਕਾਰ ਗਨੀਮਤ ਸੀ। ਦੂਜਾ, ਉਹ ਦੁਰਾਨੀਆਂ ਦਾ ਲੜਨ ਢੰਗ ਤੇ ਲੜਾਈ ਵਿੱਚ ਉਹਨਾਂ ਦੀ ਪੈਂਤੜੇਬਾਜ਼ੀ ਦੇਖਣਾ ਚਾਹੁੰਦੇ ਸਨ। ਤੋਪਾਂ ਜੰਬੂਲਿਆਂ ਤੋਂ ਬਿਨਾਂ ਤਾਂ ਉਹ ਫਸ ਕੇ ਲੜ ਹੀ ਨਹੀਂ ਸਨ ਸਕਦੇ। ਇਸ ਲਈ ਇਸ ਸ਼ਬ ਖੂਨ ਵਿੱਚ ਜੋ ਹੱਥ ਲੱਗਾ ਲੈ ਕੇ ਪਾਸੇ ਹਟ ਗਏ। ਅਗਲੇ ਦਿਨ ਅਬਦਾਲੀ ਨੇ ਕੂਚ ਕੀਤਾ ਤੇ ਸਿੰਘਾਂ ਨੇ ਉਸ ਨੂੰ ਵੈਰੋਂਵਾਲ ਦੇ ਰਾਹ ਵਿੱਚ ਹੀ ਜਾ ਘੇਰ ਲਿਆ ਅਤੇ ਇੱਕ ਤਗੜਾ ਝਪਟਾ ਮਾਰ ਕੇ ਪਿੱਛੇ ਹਟ ਗਏ। ਇਸ ਵੇਲੇ ਹਾਲਤ ਇਹ ਸੀ, ਨਾ ਤਾਂ ਸਿੰਘ ਹੀ ਅਬਦਾਲੀ ਨਾਲ ਮੱਥਾ ਜੋੜ ਕੇ ਟੱਕਰ ਲੈ ਸਕਦੇ ਸਨ ਤੇ ਨਾ ਹੀ ਸਿੰਘਾਂ ਨਾਲ ਉਲਝਣ ਦੀ ਦੁਰਾਨੀ ਨੂੰ ਹੀ ਵੇਲ ਸੀ। ਉਂਝ ਉਹ ਨਾਦਰ ਸ਼ਾਹ ਨਾਲ ਮੁੜਦੇ ਸਮੇਂ ਕੀਰਤਪੁਰ, ਆਨੰਦਪੁਰ ਦੀਆਂ ਪਹਾੜੀਆਂ ਤੇ ਫਿਰ ਦੁਆਬੇ ਵਿੱਚ ਸਿੰਘਾਂ ਦਿਆਂ ਹੱਲਿਆਂ ਸਮੇਂ ਉਹਨਾਂ ਦੇ ਲੜਨ ਢੰਗਾਂ ਬਾਰੇ ਕੁਝ ਕੁ ਤਜਰਬਾ ਰੱਖਦਾ ਸੀ। ਸਿੰਘਾਂ ਦੇ ਮਗਰ ਪੈ ਕੇ ਸਮਾਂ ਗਵਾਉਣਾ ਉਸ ਲਈ ਘਾਟੇ ਬੰਦਾ ਸੀ, ਕਿਉਂਕਿ ਦਿੱਲੀ ਵੱਲੋਂ ਇੱਕ ਵੱਡੀ ਫੌਜ ਸ਼ਹਿਜ਼ਾਦਾ ਅਹਿਮਦ ਵਜ਼ੀਰ ਕਮਰੂਦੀਨ ਦੀ ਅਗਵਾਈ ਹੇਠ ਉਸ ਦੇ ਟਾਕਰੇ ਲਈ ਚੜ੍ਹੀ ਆ ਰਹੀ ਸੀ। ਉਹ ਮੁਗਲ ਫੌਜ ਦੇ ਪੁੱਜਣ ਤੋਂ ਪਹਿਲਾਂ ਹੀ ਸਰਹੰਦ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ। ਸੋ ਉਸਨੇ ਸਿੰਘਾਂ ਦੀ ਇਸ ਲੁੱਟ ਖੋਹ ਦੀ ਕੋਈ ਪਰਵਾਹ ਨਾ ਕੀਤੀ। ਜਦ ਅਹਿਮਦ ਸ਼ਾਹ ਅੱਗੇ ਨੂੰ ਚਲਾ ਗਿਆ ਤਾਂ ਨਵਾਬ ਕਪੂਰ ਸਿੰਘ ਤੇ ਸਰਦਾਰ ਜੱਸਾ ਸਿੰਘ ਦੁਆਬੇ ਵਿੱਚ ਹੀ ਰਹੇ ਅਤੇ ਸਰਦਾਰ ਸੁੱਖਾ ਸਿੰਘ, ਸਰਦਾਰ ਚੜ੍ਹਤ ਸਿੰਘ ਅਤੇ ਦੂਸਰੇ ਸਰਦਾਰ ਬਿਆਸ ਟੱਪ ਕੇ ਮਾਝੇ ਵਿੱਚ ਦੀ ਹੁੰਦੇ ਹੋਏ ਕਲਾਨੌਰ ਜਾ ਉਤਰੇ। ਕਲਾਨੌਰ ਪਾਸ ਕੋਟ ਬੁੱਢਾ ਵਿਖੇ ਸਿੰਘਾਂ ਅਤੇ ਅਫਗਾਨਾਂ ਦੀ ਝਪਟ। ਅਹਿਮਦ ਸ਼ਾਹ ਉੱਤੇ ਨੂਰ ਦੀ ਸਰਾਂ ਤੇ ਵੈਰੋਂਵਾਲ ਦੇ ਰਾਹ ਵਿੱਚ ਸਿੰਘਾਂ ਦੇ ਹੱਲਿਆਂ ਦੀ ਖਬਰ ਜਦ ਲਾਹੌਰ ਪੁੱਜੀ ਤਾਂ ਨਵੇਂ ਆਕਾ ਦੇ ਨਵੇਂ ਦੀਵਾਨ ਨੇ ਆਪਣੀ ਨਮਕ ਹਲਾਲੀ ਵਿਖਾਉਣ ਲਈ ਇਹ ਮੌਕਾ ਚੰਗਾ ਸਮਝਿਆ। ਨਾਲੇ ਲੋਕ ਵੀ ਕਹਿਣ ਲੱਗੇ ਕਿ ਦੀਵਾਨ ਸਾਹਿਬ ਦਾ ਸਦਾ ਲਈ ਖਤਮ ਕੀਤਾ ਹੋਇਆ ਉਸ ਟੰਡ ਭਾਵ ਖਾਲਸਾ ਕਿੱਥੋਂ ਆਣ ਹਾਜ਼ਰ ਹੋਇਆ ਹੈ। ਅਹਿਮਦ ਸ਼ਾਹ ਉੱਤੇ ਵੀ 2 ਹੱਲੇ ਕੀਤੇ ਹਨ ਤੇ ਹੁਣ ਕਲਾਨੌਰ ਲਾਗੇ ਡੇਰੇ ਲਾਈ ਬੈਠੇ ਹਨ। ਕਲਾਨੌਰੋਂ ਭਲਾ ਉਹਨਾਂ ਲਈ ਲਾਹੌਰ ਕਿੰਨੀ ਕੁ ਦੂਰ ਹੈ। ਲੋਕਾਂ ਦੀਆਂ ਦਿਲ ਵੱਢਵੀਆਂ ਤੇ ਕਟਵੀਆਂ ਸੁਣ ਕੇ ਦੀਵਾਨ ਨੂੰ ਕਾਫੀ ਨਮੋਸ਼ੀ ਹੋਈ। ਸਿੰਘਾਂ ਵਿਰੁੱਧ ਭਰਾ ਤੇ ਪੁੱਤ ਦੇ ਕਤਲ ਵਜੋਂ ਕਰੋਧ ਨੇ ਫਿਰ ਉਬਾਲਾ ਖਾਧਾ। ਜੱਲੇ ਖਾਨ ਕਸੂਰੀਏ ਨਾਇਬ ਹਾਕਮ ਲਾਹੌਰ ਨਾਲ ਸਲਾਹ ਕਰਕੇ ਸਿੰਘਾਂ ਵਿਰੁੱਧ ਕਾਰਵਾਈ ਕਰਨ ਦਾ ਚੰਗਾ ਬਹਾਨਾ ਤਾਂ ਮਿਲ ਹੀ ਗਿਆ ਸੀ। ਉਸ ਨੇ ਲਾਹੌਰ ਵਿਖੇ ਅਫਗਾਨੀ ਦਸਤੇ ਜੋ ਅਹਿਮਦ ਸ਼ਾਹ ਪਿੱਛੇ ਸਾਬਤ ਕਰ ਗਿਆ ਸੀ ਨੂੰ ਮੋਮਨ ਖਾਨ ਕਸੂਰੀਏ ਦੀ ਅਗਵਾਈ ਵਿੱਚ ਸਿੰਘਾਂ ਵਿਰੁੱਧ ਚੜਾ ਦਿੱਤਾ। ਇਹ ਮਾਰੋ ਮਾਰ ਕਰਦਾ ਹੋਇਆ ਕਲਾਨੌਰ ਦੇ ਪਾਸ ਕੋਟ ਬੁੱਢੇ ਲਾਗੇ ਸਰਦਾਰ ਸੁੱਖਾ ਸਿੰਘ ਤੇ ਸਰਦਾਰ ਚੜ੍ਹਤ ਸਿੰਘ ਦੇ ਜਥੇ ਦੇ ਨਜ਼ਦੀਕ ਜਾ ਢੁੱਕਾ। ਇਸ ਤੋਂ ਪਹਿਲਾਂ ਕਿ ਮੋਮਨ ਖਾਨ ਦੀਆਂ ਲਾਹੌਰੀ ਫੌਜਾਂ ਤੇ ਦੁਰਾਨੀ ਫੌਜਾਂ ਮਿਲ ਕੇ ਸਿੰਘਾਂ ਨੂੰ ਘੇਰੇ ਵਿੱਚ ਲੈ ਲੈਣ, ਸਿੰਘ ਦਰਿਆਓਂ ਪਾਰ ਹੋ ਗਏ। ਇਹ ਦੁਰਾਨੀ ਫੌਜ ਲਾਹੌਰੋਂ ਮਾਰੋ ਮਾਰ ਕਰਦੀ ਆਈ ਸੀ ਕਿ ਇੱਕ ਤਾਂ ਸਿੱਖ ਮਾਰਨ ਦਾ ਸਬੱਬ ਮਿਲੇਗਾ
ਤੇ ਦੂਸਰਾ ਲਾਹੌਰੀ ਫੌਜ ਉੱਤੇ ਆਪਣੀ ਤਾਕਤ ਬਰਤਰੀ ਦਾ ਸਿੱਕਾ ਬਿਠਾ ਲਵੇਗੀ। ਪਰ ਸ਼ਿਕਾਰ ਹੱਥੋਂ ਨਿਕਲ ਗਿਆ ਵੇਖ ਕੇ ਅਫਗਾਨ ਬੜੇ ਤਲੀਓਂ ਮੱਛੀ ਹੋਏ, ਦੰਦ ਪੀਣ ਲੱਗੇ, ਪਰ ਹੁਣ ਬਣ ਕੁਝ ਨਹੀਂ ਸਕਦਾ। ਮੋਮਨ ਖਾਨ ਸਿੱਖਾਂ ਦੀ ਖੌਅ ਤੋਂ ਵਾਕਿਫ ਸੀ ਅਤੇ ਸਮਝਦਾ ਸੀ ਕਿ ਜੇ ਇਹਨਾਂ ਦੀ ਗੈਰਤ ਨੂੰ ਵੰਗਾਰਿਆ ਜਾਵੇ ਤਾਂ ਇਹ ਥੋੜਿਆਂ ਬਹੁਤਿਆਂ ਤੇ ਨਫੇ ਨੁਕਸਾਨ ਦੀ ਸੋਚਾਂ ਵਿਚਾਰਾਂ ਛੱਡ ਕੇ ਮੈਦਾਨ ਵਿੱਚ ਆ ਡਟਦੇ ਹਨ ਤੇ ਆਪਣੀ ਅਣਖ ਤੇ ਮਰ ਮਿਟਦੇ ਹਨ। ਮੋਮਨ ਖਾਨ ਨੇ ਇਹ ਮਿੱਥ ਕੇ ਅਫਗਾਨ ਅਫਸਰਾਂ ਵੱਲੋਂ ਸਿੰਘਾਂ ਨੂੰ ਇੱਕ ਚਿੱਠੀ ਲਿਖਵਾਈ ਕਿ ਅਸੀਂ ਅਫਗਾਨ ਅਹਿਮਦ ਸ਼ਾਹ ਦੇ ਭਾਈ ਬੰਦ ਹਾਂ, ਤੁਸੀਂ ਵੀ ਜਹਾਨ ਵਿੱਚ ਜੰਗਜੂ ਪ੍ਰਸਿੱਧ ਹੋ, ਅਸੀਂ ਤੁਹਾਡੇ ਨਾਲ ਲੜਾਈ ਵਿੱਚ ਹੱਥ ਵੇਖਣ ਆਏ ਸਾਂ, ਪਰ ਤੁਸੀਂ ਤਾਂ ਬਿਨ ਲੜੇ ਹੀ ਕਾਇਰਾਂ ਵਾਂਗ ਪਹਿਲਾਂ ਹੀ ਦੌੜ ਗਏ ਹੋ। ਜੇ ਸੱਚਮੁੱਚ ਦੇ ਸਿੰਘ ਹੋ ਤਾਂ ਆ ਜਾਓ ਮੈਦਾਨ ਵਿੱਚ, ਤਲਵਾਰਾਂ ਨਾਲ ਲੜੋ ਤੇ ਦਿਲਾਂ ਦੀਆਂ ਸੱਧਰਾਂ ਲਾ ਲਈਏ। ਜੇ ਇਸ ਤਰ੍ਹਾਂ ਨਹੀਂ ਲੜਨਾ ਤਾਂ ਇੱਕ ਦੁਰਾਨੀ ਨਾਲ ਦੋ ਦੋ ਸਿੰਘ ਹੋ ਕੇ ਲੜ ਲਓ, ਬਾਕੀ ਸਾਡੀ ਸਾਰੀ ਫੌਜ ਦੂਰ ਖੜੀ ਦੇਖਦੀ ਰਹੇਗੀ। ਖੁਦਾ ਗਵਾਹ ਹੈ, ਅਸੀਂ ਆਪਣੇ ਹਰਫ ਤੇ ਕਾਇਮ ਰਹਾਂਗੇ, ਸਾਡੇ ਵੱਲੋਂ ਕੋਈ ਦਗਾ ਨਹੀਂ ਹੋਵੇਗਾ। ਜੇ ਲੜ ਨਹੀਂ ਸਕਦੇ ਤਾਂ ਸਿੰਘ ਨਾਮ ਤੇ ਸ਼ਸਤਰ ਛੱਡ ਕੇ ਘਰਾਂ ਨੂੰ ਜਾਓ, ਖੇਤੀਬਾੜੀ ਕਰੋ, ਜੱਟ ਸਦਵਾਓ। ਦੁਰਾਨੀਆਂ ਦੀ ਇਹ ਵੰਗਾਰ ਸਿੰਘਾਂ ਵਿੱਚ ਦੀ ਤਾਰ ਵਾਂਗ ਫਿਰ ਗਈ। ਅੱਗੋਂ ਸਿੰਘਾਂ ਨੇ ਉੱਤਰ ਭੇਜਿਆ, ਤੁਹਾਡੇ ਸਾਡੇ ਜੰਗ ਦਾ ਤਾਂ ਸਵਾਦ ਹੈ ਕਿ ਤੁਹਾਡੇ ਵੱਲੋਂ 10 ਦੁਰਾਨੀ ਬੰਦੂਕਾਂ ਤਲਵਾਰਾਂ ਲੈ ਕੇ ਆਉਣ, ਇਧਰੋਂ ਕੇਵਲ 5 ਭੁਜੰਗੀ ਸਿੰਘ ਆਰਾਮ ਜੰਗੇ ਤੇ ਢਾਲਾਂ ਤਲਵਾਰਾਂ ਲੈ ਕੇ ਟਾਕਰੇ ਲਈ ਨਿਤਰਨਗੇ, ਕਿਉਂਕਿ ਸਾਨੂੰ ਸਾਡੇ ਸਤਿਗੁਰੂ ਜੀ ਦਾ ਹੁਕਮ ਹੈ ਕਿ 1.25 ਲੱਖ ਤੁਰਕ ਨਾਲ ਇੱਕ ਸਿੰਘ ਨੂੰ ਲੜਾਉਣਾ ਹੈ। ਪਰ ਉਹ ਸਮਾਂ ਅਜੇ ਆਇਆ ਨਹੀਂ। ਅਫਗਾਨਾਂ ਨੇ ਅੱਗੋਂ ਉੱਤਰ ਘੱਲਿਆ ਕਿ ਸਾਨੂੰ ਬੰਦੂਕਾਂ ਦੀ ਲੜਾਈ ਪਰਵਾਹ ਨਹੀਂ, ਅਸੀਂ ਸਿਰਫ ਸ਼ਮਸ਼ੀਰਾਂ ਤਲਵਾਰਾਂ ਨਾਲ ਹੀ ਲੜਨਾ ਚਾਹੁੰਦੇ ਹਾਂ। ਸਿੰਘਾਂ ਵੀ ਅੱਗੋਂ ਜਵਾਬ ਦੇ ਘੱਲਿਆ, ਅਸੀਂ ਤਾਂ ਬੰਦੂਕਾਂ ਦੀ ਲੜਾਈ ਲੜਾਂਗੇ। ਤੁਸੀਂ ਲੜਾਈ ਦੀ ਖਾਸ਼ ਜ਼ਾਹਰ ਕੀਤੀ ਹੈ, ਆਓ ਨਜ਼ਾਰੇ ਵੇਖ ਲਈਏ। ਪਰ ਗੱਲ ਕਿਸੇ ਸਿਰੇ ਨਾ ਲੱਗੀ। ਸਿੰਘ ਬੰਦੂਕਾਂ ਦੀ ਲੜਾਈ ਪਰ ਅੜੇ ਰਹੇ ਤੇ ਦੁਰਾਨੀ ਸਿਰਫ ਤਲਵਾਰਾਂ ਨਾਲ ਹੀ ਲੜਨਾ ਚਾਹੁੰਦੇ ਸਨ। ਵਿੱਚੋਂ ਅਸਲ ਗੱਲ ਇਹ ਸੀ ਕਿ ਅਫਗਾਨਾਂ ਦੇ ਪਿੰਡਿਆਂ ਤੇ ਜਰਾ ਬਖਤਰਾਂ ਪਾਈਆਂ ਹੋਈਆਂ ਸਨ ਤੇ ਸਿਰਾਂ ਦੇ ਲੋਹੇ ਦੇ ਖੋਦ ਸਨ, ਤੇੜ ਲੋਹੇ ਦੀਆਂ ਸੁੱਥਣੀਆਂ ਚਾੜੀਆਂ ਹੋਈਆਂ ਸਨ। ਉਹ ਸਿਰਾਂ ਤੋਂ ਲੈ ਕੇ ਪੈਰਾਂ ਤੱਕ ਲੋਹੇ ਵਿੱਚ ਮੜੇ ਹੋਏ ਸਨ। ਦੂਜੇ ਪਾਸੇ ਸਿੰਘਾਂ ਦੇ ਤਨ ਤੇ ਕੱਪੜਾ ਵੀ ਪੂਰਾ ਕਿਸੇ ਦੇ ਹੀ ਸੀ। ਸੰਜੋ, ਚਿਲਤਾ ਤੇ ਖੋਦ ਸ਼ਾਇਦ ਕਿਸੇ ਇੱਕ ਅੱਧੇ ਪਾਸ ਹੋਵੇ। ਇਹੋ ਕਾਰਨ ਸੀ ਕਿ ਦੁਰਾਨੀ ਮੁੜ-ਮੁੜ ਤਲਵਾਰਾਂ ਦੀ ਲੜਾਈ ਉੱਤੇ ਜ਼ੋਰ ਦੇ ਰਹੇ ਸਨ। ਦੂਜੇ ਪਾਸੇ ਸਿੰਘਾਂ ਦੇ ਬੰਦੂਕਾਂ ਦੇ ਨਿਸ਼ਾਨੇ ਦੀ ਦੂਰ-ਦੂਰ ਤੱਕ ਧੁੰਮ ਪਈ ਹੋਈ ਸੀ, ਜਿਸ ਦਾ ਜ਼ਿਕਰ ਸੱਯਦ ਗੁਲਾਮ ਅਲੀ ਆਪਣੀ ਪ੍ਰਸਿੱਧ ਪੁਸਤਕ ਇਮਾਦ ਸਿਆਦਤ ਵਿੱਚ ਕਰਦਾ ਹੋਇਆ ਲਿਖਦਾ ਹੈ ਕਿ ਉਹਨਾਂ ਸਿੰਘਾਂ ਦੀ ਬੰਦੂਕ 900 ਕਦਮ ਤੇ ਆਦਮੀ ਦੀ ਜਾ ਖਬਰ ਲੈਂਦੀ ਹੈ। ਸਿੰਘਾਂ ਦੇ ਇਸ ਵਸਫ ਨੇ ਦੁਰਾਨੀਆਂ ਦੇ ਦਿਲਾਂ ਤੇ ਬਹੁਤ ਦਹਿਸ਼ਤ ਬਿਠਾਈ ਹੋਈ ਸੀ। ਇਹੋ ਕਾਰਨ ਸੀ ਕਿ ਉਹ ਬੰਦੂਕਾਂ ਨਾਲ ਲੜਾਈ ਵਾਲੇ ਪਾਸੇ ਨਹੀਂ ਸਨ ਆਉਂਦੇ। ਅਗਲੇ ਦਿਨ ਇੱਕ ਅਖੜ ਜਿਹਾ ਹਰਕਾਰਾ ਆਇਆ ਤੇ ਬੜੀ ਕੁਰਖਤ ਬੋਲੀ ਵਿੱਚ ਕਹਿਣ ਲੱਗਾ ਕਿ ਜੇ ਤੁਹਾਡੇ ਵਿੱਚ ਕੋਈ ਦਾੜੀ ਮੁੱਛ ਵਾਲੇ ਮਰਦ ਹਨ ਤਾਂ ਇਕੱਲਾ ਇਕੱਲਾ ਆ ਕੇ ਤਲਵਾਰ ਨਾਲ ਹੱਥ ਕਰ ਵੇਖੇ। ਤੁਸੀਂ ਗੁਰੂ ਦੇ ਸਿੰਘ ਅਖਵਾਉਂਦੇ ਹੋ, ਤੁਹਾਨੂੰ ਗੁਰੂ ਦੀ ਸੌਗੰਧ ਹੈ, ਜੇ ਤੁਸੀਂ ਸਾਡੇ ਨਾਲ ਜਵਾਨਾਂ ਵਾਂਗ ਹੱਥ ਕਰਕੇ ਨਿਤਾਰਾ ਨਾ ਕਰੋ। ਫਿਰ ਉਸਨੇ ਇਕੱਲੇ ਇਕੱਲੇ ਸਿੰਘ ਦਾ ਨਾਮ ਲੈ ਕੇ ਤਿਤਕਾਰਨਾ ਸ਼ੁਰੂ ਕਰ ਦਿੱਤਾ ਕਿ ਗੁਰੂ ਦੇ ਸਿੰਘ ਬਣ ਕੇ ਬਾਣੇ ਨੂੰ ਲਾਜ ਲਾ ਰਹੇ ਹੋ। ਤੁਹਾਡੀ ਇਸ ਸੂਰਮ ਗਤੀ ਖੁਣੋਂ ਕੀ ਥੁੜਿਆ ਪਿਆ ਹੈ? ਸ਼ਸਤਰ ਛੱਡ ਕੇ ਘਰਾਂ ਨੂੰ ਤੁਰ ਜਾਓ, ਆਪਣੇ ਪੁਰਖਿਆਂ ਦੇ ਨਾਂ ਨੂੰ ਲਾਜ ਨਾ ਲਾਓ। ਇਹ ਸੁਣ ਕੇ ਸਰਦਾਰ ਚੜ੍ਹਤ ਸਿੰਘ ਨੂੰ ਰੋਹ ਚੜ ਗਿਆ। ਉਸ ਦਾ ਸਰੀਰ ਤਾਂਬੇ ਵਾਂਗ ਭਖ ਉੱਠਿਆ। ਬੰਦੂਕ ਪਰਾਂ ਰੱਖ ਕੇ ਖੰਡਾ ਸੂਤ ਕੇ ਦੁਰਾਨੀਆਂ ਦੇ ਟਾਕਰੇ ਲਈ ਤੁਰ ਪਿਆ ਤੇ ਹਰਕਾਰੇ ਨੂੰ ਆਖਿਆ ਕਿ ਜਾ ਲਿਆ ਆਪਣੀ ਫੌਜ ਵਿੱਚੋਂ ਜਿਸ ਨੂੰ ਸਭ ਤੋਂ ਵੱਡਾ ਸੂਰਮਾ ਮਿੱਥੀ ਬੈਠੇ ਹੋ। ਜਦ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਨੇ ਸਰਦਾਰ ਚੜ੍ਹਤ ਸਿੰਘ ਨੂੰ ਦੁਰਾਨੀਆਂ ਵੱਲ ਇਸ ਤਰ੍ਹਾਂ ਤਿਆਰ ਹੋ ਤੁਰਿਆਂ ਜਾਂਦਿਆਂ ਡਿੱਠਾ ਤਾਂ ਉਸ ਨੇ ਘੋੜਾ ਛੇੜ ਕੇ ਉਸ ਨੂੰ ਜਾ ਰੋਕਿਆ ਤੇ ਆਖਿਆ ਕਿ ਸਿੰਘਾ, ਤੂੰ ਅਜੇ ਚੜ੍ਹਦੀ ਉਮਰ ਦਾ ਮੁੰਡਾ ਹੈ,
ਰੋਹ ਬਲ ਦੇ ਨਾਲ ਤਜਰਬੇ ਦੀ ਵੀ ਲੋੜ ਹੈ। ਇਹਨਾਂ ਦੁਰਾਨੀਆਂ ਵਿੱਚੋਂ ਹਰ ਕੋਈ ਤੇਰੇ ਨਾਲੋਂ ਚੌਗੁਣੀ ਤਾਕਤ ਦਾ ਹੈ। ਇਸ ਤੋਂ ਇਲਾਵਾ ਹਰ ਕੋਈ ਸੰਜੋਵਾਂ ਜਰਾ ਬਖਤਰਾਂ ਨਾਲ ਮੜਿਆ ਹੋਇਆ ਹੈ। ਸਰੀਰ ਦਾ ਕੋਈ ਹਿੱਸਾ ਵੀ ਨੰਗਾ ਨਹੀਂ। ਸ਼ਾਇਦ ਇਹਨਾਂ ਦੀ ਸੰਜੋਅ ਦੀ ਤੂੰ ਇੱਕ ਕੜੀ ਵੀ ਨਾ ਤੋੜ ਸਕੇ। ਦੁਰਾਨੀ ਸਿਪਾਹੀ ਤਾਂ ਇੱਕ ਪਾਸੇ ਰਹੇ, ਇਹਨਾਂ ਦੇ ਘੋੜੇ ਵੀ ਲੋਹੇ ਨਾਲ ਮੜੇ ਹੋਏ ਹਨ। ਇਸ ਬਲ ਤੇ ਹੀ ਤਾਂ ਇਹ ਤਲਵਾਰ ਦੀ ਲੜਾਈ ਲਈ ਜ਼ੋਰ ਦੇ ਰਹੇ ਹਨ। ਸਾਡੇ ਪਾਸ ਸੰਜੋਵਾਂ ਹੈ ਕੋਈ ਨਹੀਂ, ਉਹਨਾਂ ਦੀਆਂ ਅਸੀਂ ਲੁਹਾ ਸਕਦੇ ਨਹੀਂ। ਸਰਦਾਰ ਚੜ੍ਹਤ ਸਿੰਘ ਨੇ ਉੱਤਰ ਦਿੱਤਾ ਕਿ ਮੈਂ ਮੰਨਦਾ ਹਾਂ ਕਿ ਮੈਂ ਬਾਲਕ ਹਾਂ, ਮੈਨੂੰ ਬਹੁਤਾ ਤਜਰਬਾ ਨਹੀਂ। ਦੁਰਾਨੀ ਤਕੜੇ ਵੀ ਹਨ ਤੇ ਸੰਜੋਆਂ ਵਿੱਚ ਡੁੱਬੇ ਹੋਏ ਹਨ, ਪਰ ਮੈਂ ਜਿਉਂਦੇ ਜੀ ਪੰਥ ਦੀ ਹਾਨੀ ਵਾਲੇ ਸ਼ਬਦ ਆਪਣੇ ਕੰਨਾਂ ਨਾਲ ਨਹੀਂ ਸੁਣ ਸਕਦਾ। ਪੰਥ ਦੀ ਸ਼ਾਨ ਲਈ ਲੜ ਕੇ ਮਰ ਜਾਣਾ ਮੈਂ ਚੰਗਾ ਸਮਝਦਾ ਹਾਂ। ਜਿੱਤ ਹਾਰ ਜਾਂ ਮਰਨਾ ਮਰਾਉਣਾ ਸਤਿਗੁਰੂ ਦੇ ਹੱਥ ਹੈ, ਪਰ ਸਾਹਸ ਤੇ ਉਦਮ ਕਰਨਾ ਤਾਂ ਸਿੰਘ ਦਾ ਧਰਮ ਹੈ। ਮੈਂ ਸਿੰਘਾਂ ਵਿੱਚ ਜੰਮ ਪਲ ਕੇ ਸਿੰਘ ਸਜਿਆ ਹਾਂ। ਸਿੰਘਾਂ ਨੂੰ ਵੰਗਾਰ ਕੇ ਇਹ ਦੁਰਾਨੀ ਜਾਣਗੇ ਕਿੱਥੇ? ਤੁਸੀਂ ਜ਼ਰਾ ਜਲਵਾ ਦੇਖੋ। ਸਤਿਗੁਰ ਦੀ ਕਿਰਪਾ ਨਾਲ ਮੈਂ ਟਾਕਰੇ ਲਈ ਆਏ ਦੁਰਾਨੀ ਦੇ ਸੰਜੋਆਂ ਸਮੇਤ ਪੁਰਜੇ ਉਡਾ ਦਿਆਂਗਾ। ਭਰੋਸਾ ਰੱਖੋ, ਮੈਂ ਪੰਥ ਦੀ ਸ਼ਾਨ ਨੂੰ ਵੱਟਾ ਨਹੀਂ ਲੱਗਣ ਦਿੰਦਾ। ਇਹ ਸੁਣ ਕੇ ਸਰਦਾਰ ਸੁੱਖਾ ਸਿੰਘ ਗਦ-ਗਦ ਹੋ ਗਿਆ। ਫਿਰ ਆਖਿਆ ਕਿ ਮੁੰਡਿਆ, ਤੇਥੋਂ ਬਲਿਹਾਰ ਹਾਂ, ਤੂੰ ਧਨ ਹੈ, ਪਰ ਤੂੰ ਹੁਣ ਖੜੋ ਕੇ ਨਜ਼ਾਰਾ ਤੱਕ ਤੇ ਦੁਰਾਨੀ ਨਾਲ ਸਾਡੀ ਚਾਲ ਤੇ ਹੱਥ ਵੇਖ। ਇੰਜ ਸਰਦਾਰ ਚੜ੍ਹਤ ਸਿੰਘ ਨੂੰ ਰੋਕ ਕੇ ਸਰਦਾਰ ਸੁੱਖਾ ਸਿੰਘ ਨੇ ਸੰਜੋ ਅਤੇ ਫੌਲਾਦੀ ਦਸਤਾਨੇ ਸਜਾਏ, ਸਿਰ ਤੇ ਲੋਹ ਖੋਦ ਟਿਕਾਈ, ਘੋੜੇ ਤੇ ਉਹ ਪਾਖਰ ਪਾਈ ਜੋ ਗਿਲਜੀਆਂ ਪਾਸੋਂ ਖੋਈ ਹੋਈ ਸੀ। ਪੇਸ਼ ਕਬਜ਼ ਤੇ 2 ਸਰੋਈਆਂ ਗਾਤਰੇ ਸਜਾ ਕੇ ਢਾਲ ਲੈ ਕੇ ਤਿਆਰ ਹੋ ਗਿਆ। ਪੰਜਾਂ ਸਿੰਘਾਂ ਨੇ ਅਰਦਾਸ ਕੀਤੀ। ਸਰਦਾਰ ਸੁੱਖਾ ਸਿੰਘ ਨੇ ਮੱਥਾ ਟੇਕਿਆ ਤੇ ਚਾਲੇ ਪਾ ਦਿੱਤੇ। ਘੋੜਾ ਛੇੜ ਕੇ ਸੰਨ ਵਾਲੀ ਪਾਣੀ ਦੀ ਫਾਟ ਲੰਘ ਕੇ ਦਰਿਆ ਦੀ ਬਰੇਤੀ ਤੇ ਜਾ ਦੁਰਾਨੀਆਂ ਨੂੰ ਲਲਕਾਰਿਆ। ਮਿਥਿਆ ਇਹ ਗਿਆ ਸੀ ਕਿ ਲੜਾਈ ਦਰਿਆ ਵਿਚਕਾਰ ਪਈ ਬਰੇਤੀ ਉੱਤੇ ਹੋਵੇਗੀ। ਦੋਵੇਂ ਧਿਰਾਂ ਕੰਢਿਆਂ ਤੇ ਖੜੋ ਕੇ ਆਪਣੇ ਆਪਣੇ ਸੂਰਮੇ ਨੂੰ ਲੜਦਾ ਵੇਖਣਗੀਆਂ। ਕੋਈ ਅੱਗੇ ਹੋ ਕੇ ਦਖਲ ਨਹੀਂ ਦੇਵੇਗਾ। ਜਿੱਤ ਹਾਰ ਇੱਕ ਧਿਰ ਦੀ ਮੌਤ ਨਾਲ ਹੋਵੇਗੀ। ਦੁਰਾਨੀਆਂ ਵਾਲੇ ਪਾਸਿਓਂ ਇੱਕ ਮੁਨਾਰੇ ਵਰਗਾ ਡਾਢਾ ਜਵਾਨ ਸੰਜੋ ਖੋਦ ਨਾਲ ਢੱਕਿਆ ਹੋਇਆ ਜਾ ਅਲੀ ਦੇ ਨਾਅਰੇ ਮਾਰਦਾ ਹੋਇਆ ਘੋੜਾ ਭਜਾ ਕੇ ਬਰੇਤੀ ਤੇ ਆ ਨਿਤਰਿਆ ਤੇ ਆਉਂਦੇ ਸਾਰ ਹੀ ਸਰਦਾਰ ਸੁੱਖਾ ਸਿੰਘ ਉੱਤੇ ਟੁੱਟ ਪਿਆ। ਲੜਾਈ ਸ਼ੁਰੂ ਹੋ ਪਈ। ਦੋਹਾਂ ਦਾ ਬਰਾਬਰ ਦਾ ਜੋੜ ਸੀ। ਵਦਾਨਾ ਵਾਂਗ ਢਾਲਾਂ ਉੱਤੇ ਸੱਟਾਂ ਪੈਣ ਲੱਗੀਆਂ। ਜਦ ਬਿਜਲੀ ਸਮਾਨ ਲਿਸ਼ਕਦੀਆਂ ਤੇਗਾਂ ਆਪੋ ਵਿੱਚ ਟਕਰਾਉਂਦੀਆਂ ਤਾਂ ਚੰਗਿਆੜੇ ਝੜ ਪੈਂਦੇ। ਲੜਦੇ ਲੜਦੇ ਦੋਵੇਂ ਸੂਰਮੇ ਜ਼ਖਮੀ ਹੋ ਗਏ। ਉਹਨਾਂ ਦੇ ਘੋੜੇ ਵੀ ਜ਼ਖਮਾਂ ਤੇ ਥਕੇਵੇਂ ਨਾਲ ਚੂਰ ਹੋ ਚੁੱਕੇ ਸਨ। ਇੱਕ ਵਾਰ ਲੜਦੇ ਹੋਏ ਦੋਵੇਂ ਯੋਧੇ ਇੰਨੀ ਲਾਗੇ ਹੋ ਗਏ ਕਿ ਜੱਫੋ ਜੱਫੀ ਹੋਏ ਥੱਲੇ ਜ਼ਮੀਨ ਤੇ ਆ ਡਿੱਗੇ। ਇਸ ਵੇਲੇ ਸਰਦਾਰ ਸੁੱਖਾ ਸਿੰਘ ਨੇ ਦੁਰਾਨੀ ਉੱਤੇ ਇੱਕ ਦਾਅ ਭਰ ਲਿਆ। ਉਸ ਨੇ ਆਪਣੀ ਗਿੱਚੀ ਉਠਾਈ ਤੇ ਦੁਰਾਨੀ ਦੀ ਸੰਜੋ ਚੁੱਕ ਕੇ ਕਟਾਰ ਪੇਸ਼ ਕਬਜ਼ ਉਸ ਦੇ ਢਿੱਡ ਵਿੱਚ ਖੋਭ ਦਿੱਤੀ ਤੇ ਦੁਰਾਨੀ ਨੂੰ ਮਾਰ ਕੇ ਸਰਦਾਰ ਸੁੱਖਾ ਸਿੰਘ ਨੇ ਗੱਜ ਕੇ ਫਤਿਹ ਬੁਲਾਈ। ਜੈਕਾਰਾ ਛੁੱਟਣ ਦੀ ਦੇਰ ਸੀ ਕਿ ਸਾਹਮਣੇ ਮਰੇ ਪਏ ਸਾਥੀ ਨੂੰ ਵੇਖ ਕੇ ਗੁੱਸੇ ਵਿੱਚ ਆਏ ਦੁਰਾਨੀਆਂ ਨੇ ਹੱਲਾ ਬੋਲ ਦਿੱਤਾ। ਅੱਲਾ ਨੂੰ ਗਵਾਹ ਮੰਨਿਆ ਸੀ, ਸੋ ਸਭ ਭੁੱਲ ਗਏ। ਦੂਜੇ ਪਾਸੇ ਸਿੰਘ ਵੀ ਤਿਆਰ-ਬਰ ਤਿਆਰ ਖੜੇ ਸਨ, ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਅਫਗਾਨ ਆਪਣੇ ਬੋਲ ਤੇ ਕਸਮ ਦੇ ਕਿੰਨੇ ਕੁ ਪੱਕੇ ਹੁੰਦੇ ਹਨ। ਸਰਦਾਰ ਚੜ੍ਹਤ ਸਿੰਘ ਘੋੜਾ ਭਜਾ ਕੇ ਬਿਜਲੀ ਵਾਂਗ ਗਿਆ ਤੇ ਸਰਦਾਰ ਸੁੱਖਾ ਸਿੰਘ ਨੂੰ ਬਾਹੋਂ ਫੜ ਕੇ ਘੋੜੇ ਤੇ ਚੜਾ ਉਰਾਰ ਸਿੰਘਾਂ ਪਾਸ ਲੈ ਆਇਆ। ਜਿਹੜੇ ਦੁਰਾਨੀ ਹੱਲਾ ਕਰਕੇ ਅੱਗੇ ਵਧੇ ਸਨ, ਉਹਨਾਂ ਨਾਲ ਸਿੰਘ ਜੁੱਟ ਪਏ। ਮਾਰ ਕੇ ਉਹਨਾਂ ਨੂੰ ਪਿਛਾਂਹ ਹਟਾ ਦਿੱਤਾ। ਦੁਰਾਨੀਆਂ ਦਾ ਐਸਾ ਹੰਕਾਰ ਟੁੱਟਾ ਕਿ ਫਿਰ ਕਦੀ ਸਿੰਘਾਂ ਨੂੰ ਵੰਗਾਰ ਕੇ ਐਸੀ ਖੇਡ ਖੇਡਣ ਦਾ ਉਹਨਾਂ ਨੂੰ ਹੌਸਲਾ ਨਹੀਂ ਪਿਆ। ਸੰਨ 1842 ਈਸਵੀ ਤੱਕ ਸਿੰਘਾਂ ਤੇ ਪਠਾਣਾਂ ਦੀ ਤਲਵਾਰੀ ਖੈਮ ਖੈ ਹੁੰਦੀ ਰਹੀ, ਪਰ ਕੀ ਮਜਾਲ ਜੋ ਫਿਰ ਕਦੀ ਇੰਜ ਵੰਗਾਰਨ ਦਾ ਕਿਸੇ ਨੂੰ ਸੁਪਨਾ ਵੀ ਆਇਆ ਹੋਵੇ। ਅਹਿਮਦ ਸ਼ਾਹ ਦਾ ਸਰਹੰਦ ਉੱਤੇ ਕਬਜ਼ਾ, ਪਰ ਮਾਨੂਪੁਰ ਦੀ ਲੜਾਈ ਵਿੱਚ ਹਾਰ ਗਿਆ।
ਅਹਿਮਦ ਸ਼ਾਹ ਨੇ ਦੁਆਬੇ ਵਿੱਚ ਦੀ ਲੰਘ ਕੇ 1 ਮਾਰਚ 1748 ਈਸਵੀ ਨੂੰ ਸਤਲੁਜ ਦਰਿਆ ਪਾਰ ਕੀਤਾ ਤੇ 40 ਮੀਲ 65 ਕਿਲੋਮੀਟਰ ਦਾ ਪੰਧ ਮਾਰ ਕੇ ਦੂਸਰੇ ਦਿਨ ਸਰਹੰਦ ਆ ਪੁੱਜਾ। ਅੱਗੋਂ ਕੋਈ ਟਾਕਰਾ ਕਰਨ ਵਾਲਾ ਨਹੀਂ ਸੀ। ਸਹਿਜੇ ਹੀ ਸਰਹੰਦ ਉੱਤੇ ਉਸਨੇ ਕਬਜ਼ਾ ਕਰ ਲਿਆ। ਵਜ਼ੀਰ ਕਮਰਦੀਨ ਦਾ ਮਾਲ ਅਸਬਾਬ ਖਜ਼ਾਨਾ ਤੇ ਉਸ ਦਾ ਟੱਬਰ ਟੀਰ ਦੁਰਾਨੀ ਦੇ ਹੱਥ ਆ ਗਿਆ। ਸਬੱਬ ਇਹ ਬਣਿਆ ਕਿ ਦੁਰਾਨੀ ਦਾ ਟਾਕਰਾ ਕਰਨ ਆਈ ਮੁਗਲ ਫੌਜ ਦਾ ਮੋਹਰੀ ਦਿੱਲੀ ਦਾ ਵੱਡਾ ਵਜ਼ੀਰ ਕਮਰਦੀਨ ਬਹੁਤ ਪਹਿਲਾਂ ਸਰਹੰਦ ਆ ਪਹੁੰਚਿਆ ਸੀ, ਜਦ ਕਿ ਅਹਿਮਦ ਸ਼ਾਹ ਅਜੇ ਦੁਆਬੇ ਵਿੱਚ ਹੀ ਸੀ। ਉਹ ਆਪਣਾ ਵਾਧੂ ਸਮਾਨ ਸਰਹੰਦ ਛੱਡ ਕੇ ਦੁਰਾਨੀ ਫੌਜ ਨੂੰ ਰੋਕਣ ਲਈ ਮਾਛੀਵਾੜੇ ਨੂੰ ਤੁਰ ਗਿਆ ਸੀ। ਅਹਿਮਦ ਸ਼ਾਹ ਨੂੰ ਸੂਹ ਮਿਲ ਗਈ ਸੀ ਕਿ ਉਸ ਦਾ ਦਰਿਆ ਟੱਪਦੇ ਦਾ ਹੀ ਰਸਤਾ ਰੋਕਿਆ ਜਾਵੇਗਾ, ਸੋ ਉਹ ਮਾਛੀਵਾੜੇ ਦੇ ਪੱਤਣ ਵੱਲ ਜਾਣ ਦੀ ਬਜਾਏ ਲੁਧਿਆਣੇ ਪਾਸਿਓਂ ਕਿਸੇ ਗਾਂਢ ਰਾਹੀਂ ਦਰਿਆ ਪਾਰ ਕਰਕੇ 2 ਮਾਰਚ 1748 ਨੂੰ ਰਵਾਂ ਰਵੀਂ ਜਾ ਕੇ ਸਰਹੰਦ ਕਿਲੇ ਤੇ ਸ਼ਹਿਰ ਉੱਤੇ ਕਾਬਜ਼ ਹੋ ਗਿਆ। ਕਿਲੇ ਵਿੱਚ ਜੋ ਹਿਫਾਜ਼ਤੀ ਦਸਤਾ ਕਮਰੂਦੀਨ ਪਿੱਛੇ ਛੱਡ ਗਿਆ ਸੀ, ਉਹ ਸ਼ਾਹ ਦੁਰਾਨੀ ਨੇ ਤਲਵਾਰ ਦੇ ਘਾਟ ਉਤਾਰ ਦਿੱਤੇ। ਅਹਿਮਦ ਸ਼ਾਹ ਨੇ ਸਖਤ ਹੁਕਮ ਦਿੱਤਾ ਕਿ ਉਸ ਦੇ ਕੰਪੂ ਤੇ ਇਸ ਦੇ ਆਸ-ਪਾਸ ਦੂਰ ਕੋਈ ਵੀ ਹਿੰਦੁਸਤਾਨੀ ਜ਼ਿੰਦਾ ਨਾ ਛੱਡਿਆ ਜਾਵੇ। ਕਈ ਅਮੀਰ ਤੇ ਹੋਰ ਮੁਗਲ ਸਰਕਾਰ ਦੇ ਖੈਰਖਾਹ ਜੋ ਸਰਕਾਰ ਲਈ ਕੋਈ ਸੂਹ ਲੈਣ ਜਾਂ ਡਿੱਠ ਵੇਖਣ ਗਏ ਸਨ, ਜਿਉਂਦੇ ਵਾਪਸ ਨਾ ਪਰਤੇ। ਸਰਹੰਦ ਉੱਤੇ ਕਬਜ਼ੇ ਦੀ ਖਬਰ ਪੁੱਜਣ ਤੇ ਵਜ਼ੀਰ ਕਮਰਦੀਨ, ਸਹਿਜ਼ਾਦਾ ਅਹਿਮਦ ਤੇ ਵਜ਼ੀਰ ਦਾ ਪੁੱਤਰ ਮੀਰ ਮੋਇਨਦੀਨ, ਪ੍ਰਸਿੱਧ ਮੀਰ ਮੰਨੂ ਸਣੇ ਫੌਜ ਦੇ ਕੂਚ ਕਰਕੇ ਤੇਜ਼ੀ ਨਾਲ ਵਾਪਸ ਸਰਹੰਦ ਵੱਲ ਆਏ ਤੇ ਸਰਹੰਦੋਂ ਚੜ੍ਹਦੇ ਵਿੱਚ 2 ਮੀਲ ਦੇ ਫਾਸਲੇ ਤੇ ਪਿੰਡ ਮਾਨੂਪੁਰ ਕੋਲ ਆ ਡੇਰੇ ਲਾਏ। ਮਾਨੂਪੁਰ ਦੀ ਲੜਾਈ ਵਿੱਚ ਦੁਰਾਨੀਆਂ ਦੀ ਹਾਰ। ਦਿੱਲੀ ਦੀ ਮੁਗਲ ਫੌਜ ਦੇ ਆਉਂਦਿਆਂ ਸਾਰ ਛੋਟੀਆਂ-ਮੋਟੀਆਂ ਝੜਪਾਂ ਦੁਰਾਨੀਆਂ ਨਾਲ ਹੋਣੀਆਂ ਸ਼ੁਰੂ ਹੋ ਗਈਆਂ ਸਨ, ਪਰ ਗਹਿ ਗੱਚ ਲੜਾਈ 11 ਮਾਰਚ 1748 ਈਸਵੀ ਵਾਲੇ ਦਿਨ ਆਰੰਭ ਹੋਈ। ਦੁਪਹਿਰ ਦੀ ਨਮਾਜ਼ ਵੇਲੇ ਕਮਰਦੀਨ ਨੂੰ ਦੁਰਾਨੀ ਤੋਪਖਾਨੇ ਦਾ ਇੱਕ ਗੋਲਾ ਆ ਵੱਜਾ, ਜਿਸ ਨਾਲ ਉਹ ਬੁਰੀ ਤਰ੍ਹਾਂ ਘਾਇਲ ਹੋ ਗਿਆ, ਪਰ ਮਰਨ ਤੋਂ ਪਹਿਲਾਂ ਉਸਨੇ ਆਪਣੇ ਪੁੱਤਰ ਮੀਰ ਮੋਇਨਦੀਨ ਨੂੰ ਕਿਹਾ, ਮੇਰਾ ਕੰਮ ਤਮਾਮ ਹੋ ਗਿਆ ਹੈ, ਮੇਰਾ ਅੰਤ ਸਮਝੋ। ਬਾਦਸ਼ਾਹ ਵੱਲੋਂ ਜੋ ਫਰਜ਼ ਆਪਣੇ ਸਿਰ ਹੈ ਉਹ ਅਦਾ ਨਹੀਂ ਹੋਇਆ। ਵੇਖੀ ਮੇਰੇ ਬਾਰੇ ਬਾਹਰ ਸੁੰਦਕ ਨਾ ਨਿਕਲੇ, ਤੂੰ ਘੋੜੇ ਤੇ ਸਵਾਰ ਹੋ ਕੇ ਮੋਹਰੇ ਲੱਗ ਕੇ ਹੱਲਾ ਕਰਵਾ। ਗੱਲ ਕਿਸੇ ਪਾਸੇ ਲਾ ਕੇ ਫੇਰ ਮੇਰੀ ਖਬਰਸਾਰ ਲੈ ਲਵੀਂ। ਗੱਲ ਸਾਫ਼ ਸੀ ਕਿ ਵਜ਼ੀਰ ਦੀ ਮੌਤ ਦੀ ਖਬਰ ਫੌਜ ਵਿੱਚ ਉਨਾ ਚਿਰ ਨਾ ਜਾਵੇ ਜਿੰਨਾ ਚਿਰ ਲੜਾਈ ਜਿੱਤੀ ਨਹੀਂ ਜਾਂਦੀ। ਮੰਨੂ ਨੇ ਪਿਤਾ ਦੀ ਲੋਥ ਨੂੰ ਸਰਹਾਣਿਆਂ ਦਾ ਸਹਾਰਾ ਦੇ ਕੇ ਬੈਠੀ ਹੋਈ ਹਾਲਤ ਵਿੱਚ ਦਿਸਦਾ ਕਰਕੇ ਹਾਥੀ ਉੱਤੇ ਰੱਖ ਦਿੱਤਾ। ਫਿਰ ਉਸਨੇ ਅਗਵਾਈ ਕਰਕੇ ਦੁਰਾਨੀਆਂ ਉੱਤੇ ਏਡੇ ਜ਼ੋਰ ਦਾ ਹੱਲਾ ਕੀਤਾ ਕਿ ਉਹਨਾਂ ਨੂੰ ਸੰਭਲਣਾ ਔਖਾ ਹੋ ਗਿਆ। ਦੁਰਾਨੀ ਫੌਜ ਦੇ ਪੈਰ ਉਖੜਦੇ ਸੰਭਲੇ ਤੇ ਲੜਾਈ ਇੱਕ ਵਾਰ ਫੇਰ ਸਿਖਰ ਦੀ ਮੱਗ ਪਈ। ਦੁਰਾਨੀਆਂ ਦਾ ਪੈਂਤੜਾ ਚੰਗਾ ਜੰਮ ਗਿਆ। ਜਦ ਉਹਨਾਂ ਦੇ ਮੰਦਿਆਂ ਭਾਗਾਂ ਨੂੰ ਅੱਗ ਦੀ ਇੱਕ ਚੰਗਿਆੜੀ ਉੱਡ ਕੇ ਬਾਰੂਦ ਦੇ ਰਾਕਟਾਂ ਨਾਲ ਭਰੇ ਇੱਕ ਗੱਡੇ ਵਿੱਚ ਆਣ ਡਿੱਗੀ, ਜਿਹੜੇ ਗੱਡੇ ਦੁਰਾਨੀ ਲਾਹੌਰੋਂ ਫੜ ਕੇ ਲਿਆਏ ਸਨ। ਇਸ ਨਾਲ ਉਹ ਰਾਕਟ ਚੱਲਣ ਲੱਗ ਪਏ। 1000 ਦੁਰਾਨੀ ਤਾਂ ਥਾਂ ਤੇ ਹੀ ਮਰ ਗਏ। ਵਹਿਮ ਦੇ ਮਾਰਿਆਂ ਪਠਾਣਾ ਸਮਝਿਆ ਇਹ ਕੋਈ ਬਲਾ ਹੈ ਜੋ ਹਿੰਦੁਸਤਾਨ ਤੋਂ ਆਈ ਹੈ ਤੇ ਕਹਿ ਰਹੀ ਹੈ ਕਿ ਬਾਦਸ਼ਾਹ ਕਿੱਥੇ ਹੈ ਅਤੇ ਬਾਦਸ਼ਾਹ ਅਹਿਮਦ ਸ਼ਾਹ ਨੂੰ ਲੱਭ ਰਹੀ ਹੈ। ਇਸ ਵਹਿਮ ਨਾਲ ਕਿ ਜਿਹੜੀ ਬਲਾ ਬਾਦਸ਼ਾਹ ਨੂੰ ਲੱਭਦੀ ਫਿਰਦੀ ਹੈ ਉਹ ਉਹਨਾਂ ਨੂੰ ਕਦ ਛੱਡਣ ਲੱਗੀ ਹੈ। ਦੁਰਾਨੀਆਂ ਦੀਆਂ ਸਫਾਂ ਵਿੱਚ ਭਗਦੜ ਮਚ ਗਈ ਤੇ ਜਾਨਾਂ ਬਚਾਉਣ ਲਈ ਉਹ ਸਾਰੀ ਪਾਸੀ ਨੱਠ ਉੱਠੇ। ਇਸ ਵੇਲੇ ਉੱਤੋਂ ਮੁਗਲ ਫੌਜ ਦੇ ਸਰਦਾਰ ਸਫਦਰ ਜੰਗ ਦੇ ਪੈ ਦਰ ਪੈ ਹੱਲਿਆਂ ਨੇ ਦੁਰਾਨੀਆਂ ਨੂੰ ਮੈਦਾਨੋਂ ਐਸਾ ਉਖੇੜਿਆ ਕਿ ਫਿਰ ਉਹਨਾਂ ਦੇ ਪੈਰ ਲੱਗਣੇ ਔਖੇ ਹੋ ਗਏ। ਅਹਿਮਦ ਸ਼ਾਹ ਨੂੰ ਇਸ ਨਤੀਜੇ ਦੀ ਉਮੀਦ ਨਹੀਂ ਸੀ। ਨਿਰਾਸ਼ ਹੋ ਕੇ ਸਰਹੰਦ ਨੂੰ ਮੁੜ ਗਿਆ। ਸਰਹੰਦ ਜਾ ਕੇ ਹੁਣ ਉਸਨੇ ਸੁਲ੍ਹਾ ਲਈ ਯਤਨ ਆਰੰਭੇ, ਪਰ ਜਿੱਤੀ ਹੋਈ ਮੁਗਲ ਫੌਜ ਦੇ ਆਗੂ ਸ਼ਹਿਜ਼ਾਦਾ ਅਹਿਮਦ ਨੇ ਉਸ ਦੀ ਇੱਕ ਵੀ ਗੱਲ ਨਾ ਮੰਨੀ। ਇਸ ਹਾਲਤ ਵਿੱਚ ਅਹਿਮਦ ਸ਼ਾਹ ਪਾਸ
ਆਪਣੇ ਦੇਸ਼ ਨੂੰ ਮੁੜ ਜਾਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਮੁਗਲ ਫੌਜ ਨੇ ਅੱਗੇ ਵੱਧ ਕੇ ਨਿਸਲ ਹੋ ਚੁੱਕੀ ਦੁਰਾਨੀ ਫੌਜ ਤੇ ਕਾਰੀ ਸੱਟ ਮਾਰ ਕੇ ਉਸ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਦੀ ਥਾਂ ਆਪਣੇ ਕੰਪੂ ਵਿੱਚ ਹੀ ਅਗਲੇ 4-5 ਦਿਨ ਆਰਾਮ ਕੀਤਾ। ਇੰਨੇ ਦਿਨ ਅਹਿਮਦ ਸ਼ਾਹ ਵੀ ਸਰਹੰਦ ਹੀ ਰੁਕਿਆ ਰਿਹਾ। 17 ਮਾਰਚ 1748 ਈਸਵੀ ਨੂੰ ਉਸ ਨੇ ਸਰਹੰਦੋਂ ਅੰਤਮ ਕੂਚ ਕੀਤਾ। ਲਾਹੌਰ ਆ ਕੇ ਬਿਨਾਂ ਠਹਿਰਨ ਤੋਂ ਅੱਗੇ ਕੰਧਾਰ ਨੂੰ ਤੁਰ ਗਿਆ। ਪੰਜਾਬ ਦਾ ਸੂਬਾ ਫਿਰ ਮੁਗਲ ਹਕੂਮਤ ਦੇ ਝੰਡੇ ਥੱਲੇ ਆ ਗਿਆ। ਪਹਿਲਾ ਘੱਲੂਘਾਰਾ। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।